ਜੇ ਸੱਚ ਵਿੱਚ ਸਮਾਣਾ ਹੋਵੇ ਤੇ ਸਤਿਗੁਰੂ ਦੇ ਬਚਨ ਅਸੀਂ ਆਪ ਹੀ ਸਰਵਣ ਕੀਤੇ ਹਨ। ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈਏ। ਕਿਉਂਕਿ ਸਤਿਗੁਰੂ ਸੱਚ ਨਾਲ ਜੁੜਿਆ ਹੋਇਆ ਹੈ ਤੇ ਸਤਿਗੁਰੂ ਦੇ ਸੰਬੰਧ ਵਿੱਚ ਜੋ ਬਚਨ ਆਪਾਂ ਸੁਣਦੇ ਪੜ੍ਹਦੇ ਹਾਂ, ਵਿਚਾਰਦੇ ਹਾਂ, ਉਹ ਸਾਨੂੰ ਸਾਰਿਆਂ ਨੂੰ ਚੇਤੇ ਨੇ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿਖ ਉਧਰੈ ਨਾਨਕ ਹਰਿ ਗੁਣ ਗਾਓ। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਹੋਰ ਸਪਸ਼ਟਤਾ ਦਿੱਤੀ ਹੈ ਵੀ ਸਤਿਗੁਰੂ ਜਿਹੜਾ ਹੈ ਉਹ ਇੱਕ ਆਮ ਮਨੁੱਖੀ ਪੱਧਰ ਦੇ ਉੱਤੇ ਨਹੀਂ, ਬਲਕਿ ਹਰ ਸਿੱਖ ਜਿਹਨੇ ਕੁਝ ਪ੍ਰਾਪਤ ਕਰਨਾ ਗੁਰੂ ਕੋਲ ਬੈਠ ਕਰਕੇ, ਗੁਰੂ ਨੂੰ ਪੜ੍ਹ ਕੇ, ਗੁਰੂ ਨੂੰ ਵਿਚਾਰ ਕੇ ਉਹ ਇੱਕ ਗੱਲ ਦਾ ਵਿਸ਼ਵਾਸ ਆਪਣੇ ਅੰਦਰ ਪੈਦਾ ਕਰੇ ਕਿ ਪਾਰ ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਸਿਮਰਤੀਆਂ ਨੂੰ, ਸ਼ਾਸਤਰਾਂ ਨੂੰ ਸੋਧਣ ਤੋਂ ਬਾਅਦ ਸਤਿਗੁਰੂ ਇਸ ਨਿਰਣੇ 'ਤੇ ਪਹੁੰਚੇ ਨੇ ਕਿ ਪਾਰ ਬ੍ਰਹਮ ਵਿੱਚ ਤੇ ਗੁਰੂ ਵਿੱਚ ਕੋਈ ਭੇਦਭਾਵ ਨਹੀਂ। ਇਹ ਕੇਵਲ ਸਰੀਰਕ ਤਲ ਤੱਕ ਹੀ ਸੀਮਤ ਨਹੀਂ, ਬਲਕਿ ਸਤਿਗੁਰੂ ਅਰਜਨ ਪਾਤਸ਼ਾਹ ਜੀ ਨੇ ਜਦੋਂ ਗੁਰਬਾਣੀ ਦੇ ਸੰਬੰਧ ਵਿੱਚ, ਸ਼ਬਦ ਦੇ ਸੰਬੰਧ ਵਿੱਚ, ਇਸ ਭੰਡਾਰ ਦੇ ਸੰਬੰਧ ਵਿੱਚ ਗੱਲ ਕੀਤੀ ਹੈ, ਵਿਚਾਰ ਬਖਸ਼ਿਸ਼ ਕੀਤੀ ਹੈ, ਤੇ ਆਪ ਜੀ ਨੇ ਬਚਨ ਕੀਤੇ ਨੇ, ਪੋਥੀ ਪਰਮੇਸ਼ਰ ਕਾ ਥਾਨ, ਕਿ ਇਹ ਜੋ ਸੰਗ੍ਰਹਿ, ਇਹ ਖਜ਼ਾਨਾ ਸਾਨੂੰ ਬਖਸ਼ਿਸ਼ ਹੋਇਆ ਹੈ, ਇਹ ਪਰਮੇਸ਼ਰ ਦੀ ਟਿਕਾਣੇ ਦੀ ਗੱਲ ਹੈ। ਜਿਹਨੇ ਪਰਮੇਸ਼ਰ ਨੂੰ ਮਿਲਣਾ ਹੋਵੇ ਉਹ ਸ਼ਬਦ ਨਾਲ ਜੁੜੇ, ਸਤਿਗੁਰੂ ਨਾਲ ਜੁੜੇ। ਔਰ ਭਾਈ ਗੁਰਦਾਸ ਸਾਹਿਬ ਜੀ ਨੇ ਜਦੋਂ ਸਤਿਗੁਰੂ ਸਾਹਿਬਾਨ ਦੇ ਸੰਬੰਧ ਵਿੱਚ ਵਿਚਾਰਾਂ ਬਖਸ਼ਿਸ਼ ਕੀਤੀਆਂ ਨੇ ਕਿ ਰੱਬ ਨੇ ਕਿਰਪਾ ਕੀਤੀ ਸੰਸਾਰ ਦੇ ਉੱਤੇ, ਸਮਾਜ ਦੇ ਉੱਤੇ, ਮਨੁੱਖਤਾ ਦੇ ਉੱਤੇ। ਨਿਰੰਕਾਰ ਨਾਨਕ ਦਿਓ ਨਿਰੰਕਾਰ ਆਕਾਰ ਉਪਾਇਆ, ਕਿ ਸਤਿਗੁਰੂ ਨਾਨਕ ਪਾਤਸ਼ਾਹ ਜੀ ਨਿਰੰਕਾਰ ਨੇ ਆਪਣਾ ਆਕਾਰ ਬਣਾ ਕੇ ਸੰਸਾਰ ਵਿੱਚ ਭੇਜਿਆ, ਜਿਹਨੂੰ ਵੱਖ-ਵੱਖ ਰੂਪਾਂ ਦੇ ਵਿੱਚ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਦੇ ਸੰਬੰਧ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ। ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਉਹ ਕਹਿੰਦੇ ਵੀ ਇੱਕ ਆਮ ਮਨੁੱਖ ਨਹੀਂ ਹੈ, ਬਲਕਿ ਨਿਰੰਕਾਰ ਆਕਾਰ ਬਣਾਇਆ। ਨਿਰੰਕਾਰ ਨੇ ਆਪਣਾ ਆਕਾਰ ਸਾਕਸ਼ਤ ਰੂਪ ਵਿੱਚ, ਗੁਰੂ ਦੇ ਰੂਪ ਵਿੱਚ, ਜਦੋਂ ਨਿਰਗੁਣ ਤੋਂ ਸਰਗੁਣ ਹੋਇਆ ਤੇ ਗੁਰੂ ਦੇ ਰੂਪ ਵਿੱਚ ਪ੍ਰਗਟ ਹੋਇਆ। ਔਰ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਪਹਿਲੇ ਜਾਮੇ ਵਿੱਚ, ਪਹਿਲੇ ਸਰੀਰ ਤੋਂ ਲੈ ਕੇ, ਆਰੰਭਤਾ ਤੋਂ ਲੈ ਕੇ ਸਿੱਖੀ ਦਾ ਜਦੋਂ ਆਰੰਭ ਕੀਤਾ ਹੈ, ਸਿੱਖੀ ਦੀ ਨੀਂਹ ਰੱਖੀ ਹੈ, ਸਤਿਗੁਰੂ ਪਾਤਸ਼ਾਹ ਜੀ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਦੀ ਗੱਲ ਕੀਤੀ। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ, ਸ਼ਬਦ ਗੁਰੂ ਕੈ ਕਲਾ ਛਪਾਈ। ਐਸੇ ਬਚਨ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਬੜੇ ਸਪਸ਼ਟ ਕਰਦੇ ਨੇ ਕਿ ਸਤਿਗੁਰੂ ਕਿਸੇ ਸਰੀਰ ਦੀ ਪੂਜਾ ਨਾਲ ਨਹੀਂ ਜੋੜਦੇ, ਸਰੀਰਕ ਸੰਬੰਧ ਨਾਲ ਨਹੀਂ ਜੋੜਦੇ, ਬਲਕਿ ਸ਼ਬਦ ਨਾਲ ਜੋੜ ਰਹੇ। ਔਰ ਇਸ ਸ਼ਬਦ ਨੇ ਜੇ ਤੇ ਕਿਰਪਾ ਕੀਤੀ ਹੈ, ਫਿਰ ਇੱਕ ਦੇਵੀ ਭਗਤ ਹੈ, ਰਾਤ ਨੂੰ ਜਗਰਾਤੇ ਕਰਦੇ ਨੇ, ਉਹ ਭੇਟਾ ਗਾਉਂਦੇ ਨੇ, ਜੋਤਾਂ ਜਗਾਉਂਦੇ ਨੇ, ਸਮਾਂ ਆਉਂਦਾ ਤੇ ਸੰਗ ਲੈ ਕੇ ਜਾਂਦੇ ਨੇ ਯਾਤਰਾ ਵਾਸਤੇ। ਲੇਕਿਨ ਜਦੋਂ ਗੁਰੂ ਕਿਰਪਾ ਕਰਦਾ, ਸ਼ਬਦ ਦੀ ਕਿਰਪਾ ਹੁੰਦੀ ਹੈ ਨਾ। ਭਾਈ ਗੁਰਦਾਸ ਸਾਹਿਬ ਜੀ ਨੇ ਗਵਾਹੀ ਭਰੀ, ਕਹਿੰਦੇ ਗੁਰ ਅੰਗਦ ਤੇ ਗੰਗੋਂ ਜਾਣ ਤਰੰਗ ਉਠਾਇਆ। ਗੁਰੂ ਅੰਗਦ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਇਵੇਂ ਦੂਸਰੇ ਰੂਪ ਵਿੱਚ ਪੈਦਾ ਹੋ ਗਏ, ਜਿਵੇਂ ਗੰਗਾ ਦੀਆਂ ਲਹਿਰਾਂ ਉੱਠਦੀਆਂ ਨੇ ਤੇ ਗੰਗਾ ਵਿੱਚ ਸਮਾ ਕੇ ਗੰਗਾ ਦਾ ਰੂਪ ਹੋ ਜਾਂਦੀਆਂ। ਗੁਰ ਅੰਗ ਤੇ ਗੰਗੋਂ ਜਾਣ ਤਰੰਗ ਉਠਾਇਆ। ਗੁਰ ਅੰਗਦੋਂ ਗੁਰ ਅਮਰਦਾਸ। ਗੁਰੂ ਅੰਗਦ ਸਾਹਿਬ ਜੀ ਨੇ ਅੱਗੇ ਕਿਰਪਾ ਕੀਤੀ, ਜਿਹਦੇ ਬਾਰੇ ਸੱਤੇ ਬਲਵੰਡ ਜੀ ਨੇ ਵੀ ਗਵਾਹੀ ਭਰੀ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜਿਵੇਹਾ ਪੋਤਾ ਪਰਵਾਨ। ਔਰ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਵਿੱਚ ਆ ਕੇ ਜਦੋਂ ਉਹਨਾਂ ਨੇ ਗੁਰਬਾਣੀ ਦੇ ਭੰਡਾਰ ਨੂੰ ਖੋਲ੍ਹਿਆ ਔਰ ਇਹਦੇ ਦਰਸ਼ਨ ਕੀਤੇ, ਦਰਸ਼ਨ ਕਰਨ ਤੋਂ ਬਾਅਦ ਇਹਦੇ ਵਿੱਚੋਂ ਦੋ ਦਾਤ ਪ੍ਰਾਪਤ ਹੋਈ।
ਉਹ ਗੁਰੂ ਅਮਰਦਾਸ ਪਾਤਸ਼ਾਹ ਦਾ ਸਰੂਪ ਹੈ ਸਾਡੇ ਸਾਹਮਣੇ। ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਦੇ ਸੰਬੰਧ ਵਿੱਚ ਇੱਕ ਹੋਰ ਗੱਲ ਕੀਤੀ, ਕਹਿੰਦੇ ਖੋਲ ਖਜ਼ਾਨਾ ਸ਼ਬਦ ਦਾ, ਸਾਧ ਸੰਗਤ ਸੱਚ ਮੇਲ ਮਿਲਾਇਆ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ, ਗੁਰੂ ਅੰਗਦ ਸਾਹਿਬ ਜੀ ਦੇ ਸ਼ਲੋਕ ਖੋਲ੍ਹ ਕੇ ਵੇਖੇ, ਉਹਦੇ ਦਰਸ਼ਨ ਕੀਤੇ, ਗੁਰੂ ਕੀ ਸੰਗਤ ਵਿੱਚ ਆਏ ਤੇ ਗੁਰੂ ਕੀ ਸੰਗਤ ਵਿੱਚ ਬੈਠ ਕਰਕੇ, ਗੁਰੂ ਕੀ ਸੰਗਤ ਵਿੱਚ ਆ ਕੇ ਸੱਚ ਨਾਲ ਇੰਨਾ ਮਿਲਾਪ ਹੋ ਗਿਆ ਕਿ ਅੱਜ ਸੰਸਾਰ ਜਿਹੜਾ ਹੈ ਉਸ ਰੁਤਬੇ ਦਾ ਜਦੋਂ ਸਤਿਕਾਰ ਕਰਦਾ ਵੀ ਘਨ ਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਨੰਤ ਨ ਆਵੈ ਰਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ रुद्र ध्यान ज्ञान सतगुर के कब जन भले उन्हें जो गावे भले अमरदास गुण तेरे तेरी उपमा तोहे बनियावे। भाव अपनी जिंदगी दे विच इस शब्द नूं समझिया, शब्द नाल बिरती नूं जोड़िया, सुरत नूं जोड़िया और इहदे विचों ऐसी कला प्रगट होई, जोत रूप हो गए गुरु नानक पातशाह जी दे नाल, गुरु अंगद साहब जी दे नाल। और गुरु अमरदास पातशाह जी ने किरपा की। फिर उस तो बाद अमरों गुरु रामदास अनहद नादों शब्द सुनाया। गुरु अमरदास पातशाह जी ने 17 रागां विच बाणी उचारण की और कई भेत गुरबाणी दे विच खोले ते सानू इस समत बख्शिश की कि जिन्हें नाम की प्राप्ति करनी है, जिमें आप जी ने हुणे ही पंक्तियां सुनिया ने, सतगुर की जिसनों मत आवे सो सतगुर माहे समाना, ये बाणी जो जियों जाने तिस अंतर रवे हर नामा। और जिन्हें दर्शन करने ने, दर्शन करन दा भाव केवल रुमालियां तक सीमित नहीं, पालकी तक सीमित नहीं, मंजी साहब तक सीमित नहीं, जंगले तक सीमित नहीं, क्योंकि जदों असी झात मार के वेखदे हां 4 गुरु समकाली ने सरीरक तौर के उत्ते, गुरु नानक साहब जी, गुरु अंगद साहब जी, गुरु अमरदास जी ते गुरु रामदास जी। और 4 शरीर समकाली होने के बावजूद ऐसा नहीं हो सकता कि गुरु अमरदास पातशाह जी ने कभी गुरु नानक साहब जी बारे सुनिया ना हो। गुरु अंगद साहब जी नाल बहुत गूढ़ा रिश्ता है कुड़माचारी का, लेकिन जदों अज जोत रूप चलत वरताया का भाना वरतिया, हुक्म वरतिया, तो अज गुरु अमरदास पातशाह जी ने ऐलान किया भी सतगुर नूं सब को वेखदा जेता जग संसार डिठै मुक्त ना होवे जिचर शब्द ना करे विचार। इस करके अपनी जिंदगी दे विच जे प्राप्ति चाहुंदे आ ते सानू गुरबाणी दे लड़ लग के प्राप्ति होनी। गुरु रामदास पातशाह जी जिन्हां ने बचपन दे विच बहुत गरीबी देखी, यतीमी वेखी, बड़ी त्रासदी वेखी, लेकिन अज जदों गुरु अमरदास पातशाह जी की शरण विच आए, बांह पकड़ी गुरु अमरदास पातशाह जी ने, अमरों गुरु रामदास अनहद नादों शब्द सुनाया। अज उन्होंने ऐसा भंडार बख्शिश किया कि बाणी गुरु, गुरु है बाणी विच बाणी अमृत सारे, गुरबाणी कहे सेवक जन मानै परतख गुरु ने सतारे। कि जिन्हें अमर की संभाल करनी होवे, जिन्हें अमरधारी होना होवे, जिन्हें अमर की प्राप्ति करनी होवे, जिन्हें सुख की प्राप्ति करनी होवे, वो इस बाणी विचों अमृत नूं संभाले। किवें संभाले? गुरबाणी कहे सेवक जन मानै, सेवक जन बन के, जिमें आप जी दे बचन ने, अब हम चली ठाकुर पे हार, जब हम शरण प्रभु की आई, राख प्रभु भावें मार। आपा त्यागण तो बाद ये दात प्राप्त होनी, और ये दात प्राप्त करन तो बाद फिर जीवन का आधार जिहड़ा बनना है बाणी गुरु। गुरु है बाणी विच बाणी अमृत सारे, गुरबाणी कहे सेवक जन मानै परतख गुरु ने सतारे। और गुरु रामदास पातशाह जी ने जिथे गुरु नानक साहब जी ने 19 रागां विच बाणी उचारण की, 3-12 उचारण कीतियां, गुरु अंगद साहब जी ने 63 श्लोक बख्शिश किए, गुरु अमरदास पातशाह जी ने 17 रागां विच बाणी उचारण की, 4-12 उचारण कीतियां।
ਉੱਥੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ 30 ਰਾਗਾਂ ਵਿੱਚ ਜਦੋਂ ਪ੍ਰਕਾਸ਼ ਕੀਤਾ ਗਿਆ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਹਰਿਮੰਦਰ ਸਾਹਿਬ ਦੇ ਅੰਦਰ, ਉਸ ਵੇਲੇ ਪੋਥੀ ਸਾਹਿਬ ਦੇ 30 ਰਾਗ ਨੇ। ਕਿਉਂਕਿ ਆਪਾਂ ਜਾਣਦੇ ਹਾਂ ਕਿ 31 ਨੰਬਰ ਰਾਗ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੈਜਾਵੰਤੀ ਰਾਗ ਹੈ। ਉਹਨਾਂ 30 ਰਾਗਾਂ ਵਿੱਚ, ਸਮੁੱਚੇ ਰਾਗਾਂ ਵਿੱਚ ਗੁਰੂ ਰਾਮਦਾਸ ਜੀ ਦੀ ਰਚਨਾ ਸ਼ਾਮਲ ਹੈ। ਔਰ ਆਪ ਜੀ ਨੇ ਇਹ ਬਖਸ਼ਿਸ਼ ਕੀਤੀ ਕਿ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੇ ਗੋ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਦੋਂ ਗੁਰਿਆਈ ਦੀ ਚੋਣ ਕੀਤੀ, ਗੁਰੂ ਅਰਜਨ ਪਾਤਸ਼ਾਹ ਜੀ ਪ੍ਰਵਾਨ ਚੜ੍ਹੇ। ਬਾਬਾ ਪਿਰਥੀਆ ਜੀ ਵੀ ਬਹੁਤ ਸੇਵਾ ਕਰਦੇ ਨੇ, ਬੜੇ ਤਕੜੇ ਆਰਗੇਨਾਈਜ਼ਰ ਨੇ, ਬਹੁਤ ਪ੍ਰਬੰਧਕ ਨੇ ਚੰਗੇ ਉਹ। ਲੇਕਿਨ ਜਿਸ ਪੱਧਰ ਦੇ ਉੱਤੇ ਗੁਰੂ ਦੇ ਹੁਕਮ ਦੀ ਪਾਲਣਾ ਕਰਨੀ, ਆਪਣੇ ਜੀਵਨ ਦੇ ਵਿੱਚੋਂ ਈਰਖਾ ਦਾ ਤਿਆਗ ਕਰਨਾ, ਬੈਰ ਭਾਵਨਾ ਦਾ ਤਿਆਗ ਕਰਨਾ, ਨਿਰਵੈਰਤਾ ਧਾਰਨ ਕਰਨੀ, ਮਿੱਠ ਬੋਲੜਾ ਹੋਣਾ, ਉਹ ਤੋਂ ਕੁਝ ਜੀਵਨ ਸਖਣਾ ਪ੍ਰਤੀਤ ਹੋ ਰਿਹਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਨਿਰਣਾ ਕੀਤਾ, ਗੁਰੂ ਅਰਜਨ ਪਾਤਸ਼ਾਹ ਜੀ ਨੇ, ਕਿ ਜਿਹਨੇ ਜੀਵਨ ਵਿੱਚ ਗੁਰੂ ਘਰ ਵਿੱਚ ਆ ਕੇ ਸੇਵਾ ਕਰਨੀ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਣ ਦੀ ਸੇਵਾ, ਕੀਰਤਨ ਕਰਨ ਦੀ ਸੇਵਾ, ਕਥਾ ਕਰਨ ਦੀ ਸੇਵਾ, ਲੰਗਰ ਦੇ ਭਾਂਡੇ ਮਾਂਜਣ ਦੀ ਸੇਵਾ, ਧਰਮ ਪ੍ਰਚਾਰ ਦੀ ਸੇਵਾ, ਪੱਖਾ ਚੱਲਣ ਦੀ ਸੇਵਾ, ਕਿਸੇ ਵੀ ਕਿਸਮ ਦੀ ਸੇਵਾ ਕਰਨੀ ਹੋਵੇ ਨਾ, ਉਹ ਬਾਬਾ ਪਿਰਥੀਆ ਜੀ ਦੇ ਰੂਪ ਵਿੱਚ ਨਾ ਕਰੇ। ਕਿਉਂਕਿ ਬਾਬਾ ਪਿਰਥੀਆ ਜੀ ਦਾ ਰੂਪ ਕੀ ਹੈ ਕਿ ਕਾਬਜ਼ ਹੋਣਾ। ਲੇਕਿਨ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ, ਉਹਨਾਂ ਨੇ ਆਪ ਤਹਿਜ਼ੀਬ ਬਖਸ਼ਿਸ਼ ਕੀਤੀ ਕਿ ਜਿਹਨੇ ਇਸ ਘਰ ਵਿੱਚ ਸੇਵਾ ਕਰਨੀ ਨਾ, ਕਿਸੇ ਵੀ ਕਿਸਮ ਦੀ ਸੇਵਾ ਰੱਬ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ, ਚਾਹੇ ਪ੍ਰਬੰਧਕ ਦੇ ਤੌਰ ਤੇ ਪ੍ਰਾਪਤ ਹੋਵੇ, ਪ੍ਰਚਾਰਕ ਦੇ ਤੌਰ ਤੇ ਪ੍ਰਾਪਤ ਹੋਵੇ, ਗੁਰੂ ਕੇ ਕੀਰਤਨੀਏ ਕਰਕੇ ਸੇਵਾ ਪ੍ਰਾਪਤ ਹੋਵੇ, ਸਾਨੂੰ ਗੁਰੂ ਕੀ ਹਜ਼ੂਰੀ 'ਚ ਬੈਠਣ ਦੀ ਸੇਵਾ ਪ੍ਰਾਪਤ ਹੋਵੇ, ਸੰਗਤੀ ਰੂਪ ਵਿੱਚ ਸੇਵਾ ਪ੍ਰਾਪਤ ਹੋਵੇ। ਸਤਿਗੁਰੂ ਨੇ ਨਿਰਣਾ ਬਖਸ਼ਿਸ਼ ਕੀਤਾ, ਕਹਿੰਦੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਆਪਸ ਕੋ ਕਰ ਕਛ ਨ ਜਨਾਵੇ, ਹਰ ਹਰ ਨਾਮ ਹਿਰਦੈ ਸਤਿ ਆਵੇ, ਮਨ ਵਿੱਚ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾਜ, ਸੇਵਾ ਕਰ ਧੋਇਨੇ ਕਾਮੀ, ਤਿਸ ਕਾ ਹੋਤ ਪ੍ਰਾਪਤ ਸੁਆਮੀ। ਰਾਮਦਾਸੋਂ ਅਰਜਨ ਗੁਰੂ, ਗੁਰੂ ਰਾਮਦਾਸ ਪਾਤਸ਼ਾਹ ਜੀ ਤੋਂ ਫਿਰ ਗੁਰੂ ਅਰਜਨ ਪਾਤਸ਼ਾਹ ਜੀ ਪੈਦਾ ਹੋਏ। ਇੱਕ ਤਾਂ ਉਹਨਾਂ ਦੇ ਬਿੰਦ ਤੋਂ ਵੀ ਸਰੀਰ ਪੈਦਾ ਹੋਇਆ, ਲੇਕਿਨ ਜੋਤ ਤੋਂ ਅੱਜ ਗੁਰੂ ਅਰਜਨ ਪਾਤਸ਼ਾਹ ਜੀ ਦਾ ਸਰੂਪ ਜਿਹੜਾ ਇਸ ਤਰ੍ਹਾਂ ਪ੍ਰਤੱਖ ਹਰ ਹੈ ਕਿ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਵਰਤੇ ਨੇ, ਕਹਿੰਦੇ ਦਰਸ਼ਨ ਦਰਪਨ ਅੰਦਰ ਦਰਸ਼ ਦਿਖਾਇਆ। ਜਿਵੇਂ ਆਪਾਂ ਸ਼ੀਸ਼ੇ 'ਚ ਸਾਕਸ਼ਤ ਰੂਪ ਵੇਖਦੇ ਆ ਨਾ, ਇਵੇਂ ਸਾਨੂੰ ਸਾਕਸ਼ਤ ਰੂਪ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਦੀ ਪ੍ਰਤੱਖ ਹਰ ਦੇ ਰੂਪ ਵਿੱਚ ਸਾਡੇ ਸਾਹਮਣੇ ਆਏ। ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪਣੇ ਜੀਵਨ ਨੂੰ ਇੰਨਾ ਸਮਰਪਿਤ ਕਰ ਦਿੱਤਾ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੇਤ। ਔਰ ਇਹ ਜੀਵਨ ਕਿੱਥੋਂ ਪ੍ਰਾਪਤ ਹੋਇਆ? ਸਤਿਗੁਰੂ ਪਾਤਸ਼ਾਹ ਜੀ ਨੇ ਆਪ ਹੀ ਕਿਰਪਾ ਕੀਤੀ। ਤੁਹਾਨੂੰ ਬਚਨ ਸਾਰਿਆਂ ਨੂੰ ਚੇਤੇ ਨੇ, ਉਹ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਕੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਕਿ ਜਦੋਂ ਮੈਂ ਇਸ ਖਜ਼ਾਨੇ ਨੂੰ ਖੋਲ ਕੇ ਵੇਖਿਆ, ਇਸ ਖਜ਼ਾਨੇ ਨੂੰ ਇੰਨਾ ਪਿਆਰ ਕੀਤਾ ਕਿ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਇਹ ਜਿਹੜਾ ਖਜ਼ਾਨਾ ਤੁਹਾਡੇ ਸਾਹਮਣੇ ਮੈਂ ਖੋਲ ਰਿਹਾ ਹਾਂ, ਪ੍ਰਕਾਸ਼ਮਾਨ ਕਰ ਰਿਹਾ ਹਾਂ, ਜਿਹਨੂੰ ਅੱਗੇ ਜਾ ਕੇ ਕਲਗੀਧਰ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਰਹੇ ਨੇ, ਕਹਿੰਦੇ ਮੈਨੂੰ ਬਹੁਤ ਪਿਆਰੀ ਹੈ। ਔਰ ਲਾਸਟ ਵਿੱਚ ਜਾ ਕੇ ਇਹ ਵੀ ਗੱਲ ਖੋਲੀ ਵੀ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਆਧਾਰੋ, ਜੇ ਕੋ ਖਾਵੇ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਾ ਜਾਈ, ਨਿਤ ਨਿਤ ਰੱਖ ਉਰ ਧਾਰੋ। ਔਰ ਜਿਹੜਾ ਇਸ ਥਾਲ ਵਿੱਚੋਂ ਛਕ ਲਵੇ, ਜਿਹੜਾ ਪ੍ਰਵਾਨ ਕਰ ਲਵੇ, ਜਿਹੜਾ ਧਾਰਨ ਕਰ ਲਵੇ, ਤਮ ਸੰਸਾਰ ਨਾਨਕ ਲਗ ਚਰਨ ਲਗ ਤਰੀਐ, ਜਾਂ ਨਾਨਕ ਬ੍ਰਹਮ ਪਸਾਰੋ। ਕਿ ਉਹਨੂੰ ਹਰ ਪਾਸੇ ਬ੍ਰਹਮ ਦਾ ਪਸਾਰ ਨਜ਼ਰ ਆਏਗਾ। ਇਸ ਕਰਕੇ ਪ੍ਰਤੱਖ ਹਰ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਹ ਦਾਤ ਪ੍ਰਾਪਤ ਕੀਤੀ। ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਅੱਗੇ।
ਹਰਗੋਬਿੰਦ ਗੁਰ ਅਰਜਨੋ ਗੁਰ ਗੋਬਿੰਦ ਨਾਮ ਸਦਵਾਇਆ, ਕਿ ਆਪ ਜੀ ਨੇ ਕਿਰਪਾ ਕੀਤੀ ਗੁਰੂ ਅਰਜਨ ਪਾਤਸ਼ਾਹ ਜੀ ਤੋਂ ਬਾਅਦ ਜਿਸ ਵੇਲੇ ਹਕੂਮਤ ਕਹਿੰਦੀ ਹੈ ਵੀ ਮੈਂ ਹੁਣ ਸਿੱਖਾਂ ਨੂੰ ਤਹਿਸ ਨਹਿਸ ਕਰ ਦਿੱਤਾ, ਗੁਰੂ ਅਰਜਨ ਪਾਤਸ਼ਾਹ ਜੀ ਨੂੰ ਤਤੀ ਤਵੀ ਤੇ ਬਿਠਾ ਕੇ ਤੱਤਾ ਰੇਤ ਸੀਸ 'ਚ ਪਾ ਕੇ ਸ਼ਹੀਦ ਕਰਨ ਤੋਂ ਬਾਅਦ ਸਿੱਖੀ ਦੀ ਗੱਲ ਸਮਾਪਤ ਕਰ ਦਿੱਤੀ ਹੈ। ਜਿਹੜੇ ਬਹੁਤ ਸਾਰੇ ਲੋਕ ਇਸ ਰਸਤੇ ਤੁਰ ਰਹੇ ਸਨ, ਜਿਹਦੇ ਵਿੱਚ ਬਹੁਤੇ ਸਾਰੇ ਮੁਸਲਮਾਨ ਵੀ, ਕਿਉਂਕਿ ਗੁਰਬਾਣੀ ਦਾ ਭਾਵ ਕੀ ਹੈ? ਗੁਰਬਾਣੀ ਸਰਬ ਸਾਂਝੀ ਹੈ। ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭ ਸੇ ਲੈ ਮਿਲਾਏ ਜੀਓ। ਇਹ ਉਪਦੇਸ਼ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾਂ ਕੋ ਸਾਂਝਾ ਹੈ। ਇਸ ਕਰਕੇ ਇਸ ਉਪਦੇਸ਼ ਨੂੰ ਧਾਰਨ ਕਰਕੇ ਲੋਕ ਅੱਗੇ ਵਧ ਰਹੇ ਹੈ। ਜ਼ੁਲਮ ਕਰਨ ਵਾਲੇ ਰਾਜਿਆਂ ਦੇ ਸਾਹਮਣੇ ਉਹ ਕ੍ਰਾਂਤੀਕਾਰੀ ਬਚਨ ਕਰਦੇ ਨੇ, ਰਾਜੇਸ਼ੀ ਮੁਕੱਦਮ ਕੁੱਤੇ ਜਾਏ ਜਗਾਇਣ ਬੈਠੇ ਸੁੱਤੇ, ਚਾਕਰ ਨਿੰਦਾ ਪਾਇਨ ਘਾਓ, ਰਤ ਪਿਤ ਕੋਤਿਓ ਚੱਟ ਜਾਓ। ਇਸ ਬਾਣੀ ਨੂੰ ਪੜ੍ਹ ਕੇ ਇੱਕ ਸਮਾਜ ਜਿਹੜਾ ਹੈ ਅੰਧੀ ਰਈਅਤ ਗਿਆਨ ਵਿਹੂਣੀ ਵਿੱਚ ਫਸਿਆ ਹੋਇਆ ਸਮਾਜ ਅੱਜ ਸਭੇ ਸਾਂਝੀ ਬਾਲ ਸਦਾਇਨ ਤੂੰ ਕਿਸੇ ਨੇ ਦਿਸੈ ਵਾਰਾ ਜੀਓ। ਇੱਕ ਉਹ ਸਮਾਜ ਸਿਰਜਿਆ ਗਿਆ ਜਿਹਦੇ ਵਿੱਚ ਇਸਤਰੀ ਪੁਰਸ਼ ਦਾ ਵਿਤਕਰਾ ਖਤਮ ਕਰ ਦਿੱਤਾ ਗਿਆ, ਜਿਹਦੇ ਵਿੱਚ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਹਾਇਆ। ਵਰਨ ਕਹਾਇਆ ਦਾ ਭਾਵ ਕਿ ਇੱਕੋ ਵਰਨ ਪੈਦਾ ਕੀਤਾ ਰੱਬ ਦੇ ਪਿਆਰ ਵਾਲਾ। ਆਪਣੀ ਜ਼ਿੰਦਗੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਜਾਤਾਂ ਪਾਤਾਂ ਦੇ, ਊਚ ਨੀਚਤਾ ਦੇ, ਅਮੀਰ ਗਰੀਬ ਦੇ ਇਹ ਜੋ ਵਿਤਕਰੇ ਸਨ ਇਹਨੂੰ ਮਿਟਾ ਕੇ ਇੱਕ ਨਵਾਂ ਸਮਾਜ ਦਿੱਤਾ। ਉਹ ਸਮਾਜ ਸਿਰਜਿਆ ਜਿਹੜਾ ਹਰ ਵੇਲੇ ਇਹ ਤਾਂਘ ਰੱਖੇ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇੱਕ ਉਹ ਸਮਾਜ ਸਿਰਜਿਆ ਕਿ ਅਬਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੁੱਲੋ ਪਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰੇ ਉਸ ਰਬ ਠਾਈ। ਜਿਹਦੇ 'ਚ ਬਰਾਬਰਤਾ ਹੋਵੇ, ਜਿਹਦੇ ਵਿੱਚ ਰਾਜਨੀਤੀ ਐਸੀ ਹੋਵੇ ਕਿ ਉਹ ਸਮੁੱਚੀ ਮਾਨਵਤਾ ਦਾ ਸਭ ਸੁਖਾਲੀ ਬੁੱਠੀਆ ਇਹ ਹੋਆ ਹਲੇਮੀ ਰਾਜ ਜੀਓ। ਇੱਕ ਐਸਾ ਆਰਥਿਕ ਪੱਧਰ ਹੋਵੇ ਇਸ ਸਮਾਜ ਦੇ ਅੰਦਰ ਕਿ ਜੀਵਨ ਦੇ ਵਿੱਚ ਜਿਸ ਗ੍ਰਹਿ ਬਹੁਤ ਤਿਸ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ, ਦੁਹੋਂ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀ ਹੈ। ਉਹ ਕਰਪਸ਼ਨ ਤੋਂ ਮੁਕਤ ਹੋਵੇ, ਹੇਰਾ ਫੇਰੀ ਤੋਂ ਮੁਕਤ ਹੋਵੇ, ਲੁੱਟ ਖਸੁੱਟ ਤੋਂ ਮੁਕਤ ਹੋਵੇ। ਉਹਨੂੰ ਕੰਮਕਾਰ ਕਰਨ ਲੱਗਿਆ, ਕਿਰਤ ਕਰਨ ਲੱਗਿਆ, ਕਮਾਈ ਕਰਨ ਲੱਗਿਆ ਇਹ ਗੱਲ ਚੇਤੇ ਹੋਵੇ ਕਿ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਜੇ ਰਤ ਲੱਗਾ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿਨ ਕਿਉ ਨਿਰਮਲ ਚੀਤ। ਇੱਕ ਐਸਾ ਸਾਫ ਸੁਥਰਾ ਜੀਵਨ ਔਰ ਜਿਹੜੀ ਕਮਾਈ ਕੀਤੀ ਜਾਏ ਉਹਦੇ ਵਿੱਚ ਇਹ ਖਿਆਲ ਕੀਤਾ ਜਾਏ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ, ਕਿ ਗੁਰਮਤਿ ਦੇ ਮਾਰਗ 'ਤੇ ਜਿਹਨੇ ਪਾਂਧੀ ਬਣਨਾ ਹੈ, ਧਰਮ ਦੇ ਮਾਰਗ ਦਾ ਜਿਹਨੇ ਪਾਂਧੀ ਬਣਨਾ ਹੈ, ਰੱਬ ਦੇ ਮਾਰਗ ਦਾ ਜਿਹਨੇ ਪਾਂਧੀ ਬਣਨਾ ਹੈ, ਉਹ ਵੰਡ ਕੇ ਛਕੇਗਾ। ਉਹ ਵੰਡ ਕੇ ਕੌਣ ਛਕਦਾ? ਜਿਹੜਾ ਖਲਕਤ ਨਾਲ ਪਿਆਰ ਕਰਦਾ, ਮਨੁੱਖਤਾ ਨਾਲ ਪਿਆਰ ਕਰਦਾ ਹੈ। ਔਰ ਇਸੇ ਕਰਕੇ ਗੁਰੂ ਸਾਹਿਬ ਜੀ ਨੇ ਜਦੋਂ ਭਗਤਾਂ ਦੀ ਬਾਣੀ ਦਰਜ ਕੀਤੀ ਹੈ, ਉਹਨਾਂ ਭਗਤਾਂ ਦੇ ਵਿੱਚ ਬਾਬਾ ਸ਼ੇਖ ਫਰੀਦ ਜੀ ਦੇ ਬਚਨ ਨੇ, ਫਰੀਦਾ ਖਾਲਕ ਖਲਕ ਮੈਂ ਖਲਕ ਬਸੈ ਰੱਬ ਮਾਹੇ, ਮੰਦਾ ਕਿਸਨੋਂ ਆਖੀਆ ਜਾਂ ਤਿਸ ਬਿਨ ਕੋਈ ਨਾਹੇ। ਹਰਗੋਬਿੰਦ ਗੁਰੂ ਅਰਜਨੋ ਗੁਰ ਗੋਬਿੰਦ ਨਾਉ ਸਦਵਾਇਆ। ਕਿਉਂਕਿ ਭਾਈ ਗੁਰਦਾਸ ਸਾਹਿਬ ਜੀ 6 ਪਾਤਸ਼ਾਹਾਂ ਤੱਕ ਸਮਕਾਲੀ ਰਹੇ। ਭਾਈ ਗੁਰਦਾਸ ਸਾਹਿਬ ਜੀ ਦੇ ਸਾਹਮਣੇ ਜਦੋਂ ਇਹ ਸਵਾਲ ਕਿਸੇ ਜਗਿਆਸੂ ਨੇ ਰੱਖਿਆ ਵੀ ਭਾਈ ਸਾਹਿਬ ਜੀ ਤੁਸੀਂ ਗੁਰਮਤਿ ਦੇ ਲਿਖਾਰੀ ਹੋ, ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਲਿਖਾਰੀ ਹੋ, ਤੁਹਾਡੇ ਤੇ ਮਾਣ ਕੀਤਾ ਜਾ ਸਕਦਾ ਹੈ, ਧੰਨ ਸੋ ਕਾਗਦ ਕਲਮ ਧੰਨ ਧੰਨ ਭਾਂਡਾ ਧੰਨ ਮਸ, ਧੰਨ ਲਿਖਾਰੀ ਨਾਨਕਾ ਜੇ ਨਾਮ ਲਿਖਾਇਆ ਸੱਚ। ਸਾਨੂੰ ਕਿਰਪਾ ਕਰਕੇ ਦੱਸੋ ਵੀ ਜਦੋਂ ਇਹ ਸਰੀਰ ਚਲੇ ਗਏ ਸੰਸਾਰ ਤੋਂ, ਗੁਰੂ ਨਾਨਕ ਸਾਹਿਬ ਜੀ ਆਏ, ਸਮੇਂ ਅਨੁਸਾਰ ਭੇਜੇ ਗਏ ਤੇ ਸਮੇਂ ਅਨੁਸਾਰ ਚਲੇ ਗਏ, ਕਿਉਂਕਿ ਗੁਰਮੁਖ ਸੱਦੇ ਜਾਣ ਆਵਣ ਘੱਲਿਆ। ਸਰੀਰ ਕਿਸੇ ਦਾ ਵੀ ਹੋਵੇ, ਪੀਰ ਪੈਗੰਬਰ ਦਾ ਹੋਵੇ, ਕਿਸੇ ਔਲੀਏ ਦਾ ਹੋਵੇ, ਕਿਸੇ ਚੋਰ ਠੱਗ ਦਾ ਹੋਵੇ, ਸਤਿਗੁਰੂ ਕਹਿੰਦੇ ਸਾਰਿਆਂ ਉੱਤੇ ਇੱਕ ਨਿਯਮ ਲਾਗੂ ਹੁੰਦਾ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ। ਭਾਈ ਸਾਹਿਬ ਜੀ ਸਾਨੂੰ ਕਿਰਪਾ ਕਰਕੇ ਦੱਸੋ ਵੀ ਗੁਰੂ ਨਾਨਕ ਸਾਹਿਬ ਜੀ ਸਰੀਰ ਕਰਕੇ ਚਲੇ ਜਾਣਗੇ, ਗੁਰੂ ਅੰਗਦ ਸਾਹਿਬ ਜੀ ਚਲੇ ਜਾਣਗੇ,
ਚਲੇ ਗਏ, ਗੁਰੂ ਅਮਰਦਾਸ ਜੀ ਚਲੇ ਗਏ, ਗੁਰੂ ਰਾਮਦਾਸ ਪਾਤਸ਼ਾਹ ਜੀ ਚਲੇ ਗਏ, ਗੁਰੂ ਅਰਜਨ ਪਾਤਸ਼ਾਹ ਜੀ ਸ਼ਹੀਦ ਹੋ ਗਏ, ਗੁਰੂ ਹਰਗੋਬਿੰਦ ਸਾਹਿਬ ਜੀ 1644 ਚਲੇ ਗਏ। ਹੁਣ ਫਿਰ ਜੇ ਗੁਰੂ ਦੇ ਦਰਸ਼ਨ ਕਰਨੇ ਹੋਣ ਤੇ ਕਿਵੇਂ ਕੀਤੇ ਜਾਣ? ਉਹ ਦਰਸ਼ਨ ਕਿਵੇਂ ਹੋਣਗੇ? ਕਿਉਂਕਿ ਸਰੀਰ ਤਾਂ ਚਲੇ ਗਏ। ਭਾਈ ਗੁਰਦਾਸ ਸਾਹਿਬ ਜੀ ਨੇ ਫਿਰ ਆਪਣਾ ਨਿਰਣਾ ਦਿੱਤਾ, ਕਹਿਣ ਲੱਗੇ ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟ ਹੀ ਆਇਆ। ਕਿ ਤੁਹਾਨੂੰ ਸਰੀਰਾਂ ਨਾਲ ਜੋੜਿਆ ਹੀ ਨਹੀਂ ਗਿਆ। ਜਿਸ ਦਿਨ ਪਹਿਲਾ ਪ੍ਰਕਾਸ਼ ਕੀਤਾ, ਸੰਗਤਾਂ ਨੇ ਪ੍ਰਸ਼ਨ ਕੀਤੇ ਗੁਰੂ ਅਰਜਨ ਸਾਹਿਬ ਜੀ ਦੇ ਸਾਹਮਣੇ ਵੀ ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇਂ ਸਭਨਾ ਦਰਸੈ ਹੈ। ਜਿਹੜੇ ਸਰੀਰ ਨੇ ਉਹ ਸਰਵਵਿਆਪੀ ਨਹੀਂ ਹੋ ਸਕਦੇ। ਸਰੀਰ ਇੱਕੋ ਥਾਂ ਤੇ ਕਾਰਜਸ਼ੀਲ ਹੋ ਸਕਦਾ ਹੈ, ਵੱਖ-ਵੱਖ ਥਾਵਾਂ ਦੇ ਉੱਤੇ ਸਰਵਵਿਆਪੀ ਨਹੀਂ ਹੋ ਸਕਦਾ। ਉਹ ਵੀ ਹਰ ਥਾਂ ਦੇ ਉੱਤੇ ਸਰੀਰ ਦੇ ਦਰਸ਼ਨ ਕੀਤੇ ਜਾਣ, ਹਰ ਥਾਂ ਦੇ ਉੱਤੇ ਸਰੀਰ ਜਾ ਸਕੇ। ਤੇ ਇਹ ਸਾਡਾ ਪ੍ਰਸ਼ਨ ਹੈ ਸੱਚੇ ਪਾਤਸ਼ਾਹ, ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇਂ ਸਭਨਾ ਦਰਸੈ ਹੈ। ਸਾਰੀਆਂ ਥਾਵਾਂ ਦੇ ਉੱਤੇ ਇਹਦੇ ਦਰਸ਼ਨ ਨਹੀਂ ਹੋ ਸਕਦੇ। ਤੇ ਸਤਿਗੁਰੂ ਅਰਜਨ ਪਾਤਸ਼ਾਹ ਜੀ ਨੇ ਬੜਾ ਸਾਰਥਕ ਜਵਾਬ ਦਿੱਤਾ, ਕਹਿੰਦੇ ਗ੍ਰੰਥ ਰਿਦਾ ਗੁਰ ਕਾ ਇਹ ਜਾਨੋ। ਜੋ ਗੁਰੂ ਗ੍ਰੰਥ ਸਾਹਿਬ ਦਾ ਸੰਗ੍ਰਹਿ ਹੈ, ਖਜ਼ਾਨਾ ਹੈ, ਇਹਨੂੰ ਗੁਰੂ ਦਾ ਹਿਰਦਾ ਸਮਝੋ, ਗੁਰੂ ਦੀ ਜੋਤ ਸਮਝੋ, ਗੁਰੂ ਦਾ ਸੋਚ ਸਮਝੋ, ਗੁਰੂ ਦਾ ਰੂਪ ਸਮਝੋ। ਗ੍ਰੰਥ ਰਿਦਾ ਗੁਰ ਕਾ ਇਹ ਜਾਨੋ ਉੱਤਮ ਹੈ, ਸਭ ਕਾਲ ਰਹੇ हैं। ਸਰੀਰ ਚਲੇ ਜਾਏਗਾ ਲੇਕਿਨ ਸ਼ਬਦ ਦੀ ਕਦੀ ਮੌਤ ਨਹੀਂ ਹੋਏਗੀ। ਔਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸਤਿਗੁਰੂ ਕਹਿੰਦੇ ਸਰੀਰ ਚਲੇ ਜਾਣਗੇ, ਵਸਤੂਆਂ ਚਲੇ ਜਾਣਗੀਆਂ, ਪਦਾਰਥ ਨਾਸ ਹੋ ਜਾਣਗੇ, ਲੇਕਿਨ ਤਿੰਨ ਗੱਲਾਂ ਦੀ ਕਦੀ ਮੌਤ ਨਹੀਂ ਹੋਏਗੀ। ਥਿਰ ਨਾਰਾਇਣ, ਥਿਰ ਗੁਰੂ, ਥਿਰ ਸਾਚਾ ਵਿਚਾਰ। ਨਾ ਤਾਂ ਕਦੀ ਰੱਬ ਦੀ ਮੌਤ ਹੋ ਸਕਦੀ, ਜਿਹੜਾ ਰੱਬ ਮਰਨ ਵਾਲਾ ਨਾ, ਉਹ ਰੱਬ ਨਹੀਂ ਹੈ। ਥਿਰ ਨਾਰਾਇਣ, ਥਿਰ ਗੁਰੂ, ਜਿਹੜਾ ਗੁਰੂ ਹੋ ਕੇ ਮਰ ਜਾਏ ਉਹ ਵੀ ਗੁਰੂ ਨਹੀਂ ਹੈ। ਇਸ ਕਰਕੇ ਸਰੀਰ ਤੋਂ ਉੱਪਰ ਉੱਠ ਕੇ ਸ਼ਬਦ ਗੁਰੂ, ਸੁਰ ਧੁਨ ਚੇਲਾ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਥਿਰ ਸਾਚਾ ਵਿਚਾਰ। ਔਰ ਇਹ ਪੂਰੇ ਵਰਲਡ ਲੈਵਲ ਦੇ ਉੱਤੇ ਲਾਗੂ ਹੁੰਦੀ ਗੱਲ। ਅੱਜ ਨਿਊਟਨ ਸਾਡੇ ਕੋਲ ਨਹੀਂ, ਲੇਕਿਨ ਉਹਦਾ ਲਾ ਅੱਜ ਵੀ ਪੜ੍ਹਦੇ ਹਾਂ। ਬੜੇ ਬੜੇ ਵਿਗਿਆਨੀ ਸੰਸਾਰ 'ਚ ਆ ਕੇ ਚਲੇ ਗਏ, ਲੇਕਿਨ ਉਹਨਾਂ ਦੀ ਦਿੱਤੀ ਵਿਚਾਰਧਾਰਾ ਅੱਜ ਵੀ ਕੌਮ, ਮਨੁੱਖ, ਸੰਸਾਰ, ਸਾਡੇ ਬੱਚੇ, ਸਾਡੀ ਜਨਰੇਸ਼ਨ ਉਹ ਤੋਂ ਲਾਭ ਪ੍ਰਾਪਤ ਕਰਦੀ, ਗਿਆਨ ਪ੍ਰਾਪਤ ਕਰਦੀ ਹੈ। ਸਤਿਗੁਰੂ ਕਹਿੰਦੇ ਸਰੀਰ ਚਲੇ ਜਾਣਗੇ ਲੇਕਿਨ ਥਿਰ ਨਾਰਾਇਣ, ਥਿਰ ਗੁਰੂ, ਥਿਰ ਸਾਚਾ ਵਿਚਾਰ। ਇਸ ਕਰਕੇ ਇਹ ਧਿਆਨ ਕਰਨਾ, ਗ੍ਰੰਥ ਰਿਦਾ ਗੁਰ ਕਾ ਇਹ ਜਾਨੋ ਉੱਤਮ ਹੈ, ਸਭ ਕਾਲ ਰਹੇ ਹੈ। ਫਿਰ ਸਤਿਗੁਰੂ ਕਹਿੰਦੇ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ, ਮੇਰੇ ਸਰੂਪ ਤੇ ਜਾਤੇ ਹੈ ਦੀਰਘ। ਇਹ ਗੁਰੂ ਨਾਨਕ ਸਾਹਿਬ ਦਾ ਗੁਰੂ ਹੈ, ਇਹ ਗੁਰੂ ਅੰਗਦ ਸਾਹਿਬ ਦਾ ਗੁਰੂ ਹੈ, ਇਹ ਗੁਰੂ ਅਮਰਦਾਸ ਜੀ ਦਾ ਗੁਰੂ ਹੈ, ਇਹ ਗੁਰੂ ਰਾਮਦਾਸ ਜੀ ਦਾ ਗੁਰੂ ਹੈ, ਗੁਰੂ ਅਰਜਨ ਸਾਹਿਬ ਦਾ ਗੁਰੂ ਹੈ, ਗੁਰੂ ਹਰਗੋਬਿੰਦ ਸਾਹਿਬ ਦਾ ਗੁਰੂ ਹੈ। ਸਤਿਗੁਰੂ ਕਹਿੰਦੇ ਮੈਂ ਬੜੀ ਸਪਸ਼ਟ ਬਾਤ ਕਰਨੀ ਚਾਹੁੰਦਾ ਇਮਾਨਦਾਰੀ ਦੇ ਨਾਲ, ਉੱਤਮ ਹੈ ਮੇਰੇ ਸਰੂਪ ਤੇ ਜਾਤੇ ਹੈ ਦੀਰਘ। ਪਤਾ ਮੈਂ ਕੀ ਕਰਦਾ? ਕਹਿੰਦੇ ਸਾਹਿਬ ਜਾਨ ਅਦਾਇਬ ਦੈ ਹੈ। ਮੈਨੂੰ ਆਪਣਾ ਮਾਲਕ ਸਮਝ ਕੇ ਇਹਦੇ ਅੱਗੇ ਮੱਥਾ ਟੇਕਦਾ, ਨਮਸਕਾਰ ਕਰਦਾ। ਇਸ ਕਰਕੇ ਗੁਰਮੂਰਤ ਗੁਰ ਸ਼ਬਦ ਹੈ। ਕਿੱਥੋਂ ਪ੍ਰਾਪਤ ਹੋਣਾ? ਸਾਧ ਸੰਗਤ ਵਿੱਚ ਪ੍ਰਗਟ ਹੀ ਆਇਆ। ਇਹ ਗੁਰੂ ਕੀ ਸੰਗਤ ਵਿੱਚ ਪ੍ਰਗਟ ਹੋਣਾ। ਜਦੋਂ ਗੁਰੂ ਕੀ ਸੰਗਤ ਵਿੱਚ ਆਪਾਂ ਜ਼ਿੰਦਗੀ ਵਿੱਚ ਬੈਠੀਏ ਨਾ, ਜਿਵੇਂ ਅੱਜ ਬੈਠੇ ਹਾਂ, ਇੱਥੇ ਜੋ ਕੁਝ ਹੋ ਰਿਹਾ ਹੋਵੇ ਉਹਨੂੰ ਧਿਆਨ ਨਾਲ ਸੁਣਨਾ ਚਾਹੀਦਾ। ਐਸਾ ਨਹੀਂ ਹੋਣਾ ਚਾਹੀਦਾ ਵੀ ਇੱਧਰ ਕੀਰਤਨ ਹੋ ਰਿਹਾ ਹੋਵੇ, ਅਸੀਂ ਪਿੱਛੇ ਗੁਟਕਾ ਖੋਲ ਕੇ ਪਿੱਛੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋਈਏ। ਜੇ ਸੁਖਮਨੀ ਸਾਹਿਬ ਦਾ ਪਾਠ ਸੰਗਤੀ ਰੂਪ ਵਿੱਚ ਚੱਲ ਰਿਹਾ ਵੀ ਸੁਖਮਨੀ ਸਾਹਿਬ ਦਾ ਪਾਠ ਕਰੋ। ਜੇ ਨਿਤਨੇਮ ਦਾ ਪਾਠ ਹੋ ਰਿਹਾ ਤੇ ਨਿਤਨੇਮ ਦਾ ਪਾਠ ਕਰੋ ਜਦੋਂ ਨਿਤਨੇਮ ਦਾ ਹੋ ਰਿਹਾ ਹੈ। ਲੇਕਿਨ ਉਧਰ ਕੀਰਤਨ ਆਸਾ ਕੀ ਵਾਰ ਦਾ ਹੋ ਰਿਹਾ ਹੋਵੇ, ਮੈਂ ਬੈਠਾ ਨਿਤਨੇਮ ਕਰਾਂ। ਸਕੂਲਾਂ ਕਾਲਜਾਂ 'ਚ ਆਪ ਜੀ ਪੜ੍ਹੇ ਹੋ ਕਿ ਜਦੋਂ ਟੀਚਰ ਪੜ੍ਹਾ ਰਿਹਾ ਹੋਵੇ, ਕਲਾਸ ਵਰਕ ਕਰਵਾ ਰਿਹਾ ਹੋਵੇ, ਉਹ ਕੋਈ ਲੈਕਚਰ ਦੇ ਰਿਹਾ ਹੋਵੇ ਤੇ ਬੱਚਾ ਹੋਮ ਵਰਕ ਦੀ ਕਾਪੀ ਖੋਲ ਕੇ ਬੈਠਾ ਹੋਵੇ, ਆਪਣੀ ਮਰਜ਼ੀ ਕਰਦਾ ਹੋਵੇ, ਇਸ ਗੱਲ ਨੂੰ ਟੋਲਰੇਟ ਕੀਤਾ ਜਾ ਸਕਦਾ? ਇੱਕ ਦਿਨ ਇੱਕ ਸਿੰਘ ਨੇ ਉਦਾਹਰਨ ਦਿੱਤੀ, ਕਹਿੰਦਾ ਮੋਹਲੇ ਧਰ ਮੀਂਹ ਪੈ ਰਿਹਾ ਹੋਵੇ ਤੇ ਖੇਤਾਂ ਦੇ ਵਿੱਚ ਨਲਕਾ ਲੱਗਿਆ ਹੋਵੇ ਤੇ ਇੱਕ ਬੰਦਾ ਮੋਹਲੇ ਧਰ ਮੀਂਹ ਪੈਂਦੇ 'ਚ ਨਲਕਾ ਗੇੜ ਰਿਹਾ ਹੈ। ਉਹਨੂੰ ਪੁੱਛਿਆ ਵੀ ਤੂੰ ਕੀ ਕਰ ਰਿਹਾ? ਕਹਿੰਦਾ ਖੇਤਾਂ ਨੂੰ ਪਾਣੀ ਲਾ ਰਿਹਾ। ਬਾਰਿਸ਼ ਜ਼ੋਰ ਦੀ ਪੈ ਰਹੀ, ਮੋਹਲੇ ਧਰ ਬਾਰਿਸ਼ ਪੈ ਰਹੀ ਹੈ, ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਹੈ, ਮੋਹਲੇ ਧਰ ਬਾਰਿਸ਼ ਹੈ ਨਾ, ਤੇ ਅਸੀਂ ਆਪਣਾ ਵੱਖਰਾ ਨਲਕਾ ਗੇੜਦੇ ਹਾਂ ਆਪਣੀ ਸਿੰਚਾਈ ਕਰਨ ਵਾਸਤੇ, ਆਪਣੀ ਮਰਜ਼ੀ ਕਰਨ ਵਾਸਤੇ। ਇਸ ਕਰਕੇ ਜਦੋਂ
ਜੋ ਕਾਰਜ ਚੱਲ ਰਿਹਾ ਉਹਦੇ ਵਿੱਚ ਸ਼ਮੂਲੀਅਤ ਕਰਕੇ ਆਪਣੀ ਸੁਰਤ ਨੂੰ ਜੋੜ ਕੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਸਾਧ ਸੰਗਤ ਵਿੱਚ ਪ੍ਰਗਟ ਹੀ ਆਇਆ। ਇਹ ਗੱਲ ਪ੍ਰਗਟ ਹੋਣੀ ਗੁਰੂ ਕੀ ਸੰਗਤ ਵਿੱਚ, ਕਿਉਂਕਿ ਗੁਰ ਸੰਗਤ ਸਤ ਸੰਗਤ ਸਤਿਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ। ਇਹ ਸਾਡੀ ਚਾਟਸ਼ਾਲਾ ਹੈ, ਸਾਡੀ ਪਾਠਸ਼ਾਲਾ ਹੈ। ਔਰ ਜਿਨ੍ਹਾਂ ਲੋਕਾਂ ਨੇ ਆਪਣੇ ਜੀਵਨ ਦੇ ਵਿੱਚ ਇਹਨੂੰ ਹੰਢਾਇਆ, ਜੀਵਨ ਵਿੱਚ ਪਿਆਰ ਕੀਤਾ, ਪੈਰੀ ਪਾਏ ਸਭ ਜਗਤ ਰਾਇਆ। ਭਾਈ ਗੁਰਦਾਸ ਜੀ ਕਹਿੰਦੇ ਲਾਸਟ ਪੰਕਤੀ ਅੰਦਰ, ਕਹਿੰਦੇ ਇਸ ਸ਼ਬਦ ਦੀ ਪੈਰੀ ਪਾ ਕੇ ਨਾ, ਸ਼ਬਦ ਦੇ ਚਰਨੀ ਲਾ ਕੇ। ਔਰ ਸਾਡੀ ਪੁਰਾਤਨ ਰਵਾਇਤ ਹੈ ਕਿ ਗੁਰੂ ਦੇ ਚਰਨੀ ਲੱਗਣਾ, ਜਿੱਥੋਂ ਅੱਜ ਅਸੀਂ ਬਿਸਰ ਚੁੱਕੇ ਹਾਂ। ਆਪਣੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਜਪਜੀ ਸਾਹਿਬ ਪੜ੍ਹਾਉਣਾ, 5 ਪੌੜੀਆਂ ਪੜ੍ਹਾਉਣੀਆਂ, ਕੇਸਾਂ ਦੀ ਸੰਭਾਲ ਵਾਸਤੇ ਸਿਰ ਨੂੰ ਕੰਘਾ ਲਾਉਣਾ। ਹੌਲੀ ਹੌਲੀ ਉਹ ਰਵਾਇਤਾਂ ਸਾਡੇ ਵਿੱਚੋਂ ਮਨਫੀ ਹੋ ਰਹੀਆਂ। ਗੱਲ ਤਾਂ ਕੁਛ ਵੀ ਨਹੀਂ ਹੈ, ਲੇਕਿਨ ਜਿਹਨੂੰ ਸੰਗਤੀ ਰੂਪ ਵਿੱਚ ਕੰਘਾ ਕੇਸਾਂ ਨੂੰ ਲਾਇਆ ਗਿਆ ਹੈ, ਜਿਹਨੂੰ ਭਾਈ ਤਾਰੂ ਸਿੰਘ ਦੀ ਸਾਖੀ ਸੁਣਾਈ ਗਈ ਹੈ, ਭਾਈ ਤਾਰੂ ਸਿੰਘ ਦਾ ਜੀਵਨ ਜਿਹਨੂੰ ਜਣਾਇਆ ਗਿਆ ਹੈ, ਉਹ ਕਿਵੇਂ ਕੇਸਾਂ ਦੀ ਬੇਅਦਬੀ ਕਰੇਗਾ? ਉਹ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿੱਤਾ ਗਿਆ ਹੈ ਬਚਪਨ ਦੇ ਵਿੱਚ, ਉਹ ਕਿਵੇਂ ਕਿਸੇ ਦੇ ਧਾਰੀ ਵੱਲ ਝਾਕ ਰੱਖੇਗਾ? ਉਹ ਇਸ ਕਰਕੇ ਪੈਰੀ ਪਾਏ ਸਭ ਜਗਤ ਰਾਇਆ। ਜਦੋਂ ਅਸੀਂ ਅਰਦਾਸ ਦੇ ਦਰਸ਼ਨ ਕਰਦੇ ਹਾਂ ਨਾ, ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਜੀ ਤੱਕ ਕੌਣ ਸ਼ਖਸੀਅਤ ਹੈ ਜਿਨ੍ਹਾਂ ਨੇ ਇਸ ਬਾਣੀ ਨੂੰ ਹੰਢਾਇਆ ਆਪਣੀ ਜ਼ਿੰਦਗੀ ਦੇ ਵਿੱਚ? ਕਿਉਂਕਿ ਇਹ ਗਵਾਹੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਰੱਬ ਨੇ ਭੇਜਿਆ ਗੁਰੂ ਬਣਾ ਕੇ। ਗੁਰੂ ਅੰਗਦ ਸਾਹਿਬ ਤੋਂ ਅੱਗੇ ਉਹਨਾਂ ਨੇ ਬਾਣੀ ਦੀ ਟੇਕ ਪ੍ਰਾਪਤ ਕੀਤੀ, ਬਾਣੀ ਨੂੰ ਸਮਝਿਆ, ਸਿੱਖ ਬਣੇ। ਸਿੱਖ ਬਣਨ ਤੋਂ ਬਾਅਦ ਫਿਰ ਰੁਤਬਾ ਪ੍ਰਾਪਤ ਕੀਤਾ। ਉਹ ਐਵੇਂ ਨਹੀਂ ਪਹਿਲਾਂ ਹੀ ਪਹੁੰਚ ਗਏ ਹੋ ਉਸ ਲੈਵਲ ਦੇ ਉੱਤੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਲੈਵਲ ਹੈ, ਗੁਰੂ ਨਾਨਕ ਸਾਹਿਬ ਜੀ ਦਾ ਪੱਧਰ ਹੈ, ਉਸ ਤੱਕ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਆਪੇ ਸੇਤੀ ਮਿਕਿਓਨ, ਉਹਦਾ ਤਰੀਕਾ ਗੁਰੂ ਦਾ ਸ਼ਬਦ। ਔਰ ਗੁਰੂ ਸਾਹਿਬਾਨ ਤੋਂ ਬਾਅਦ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹਾਂ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਸਿਧਾਂਤ ਨੂੰ ਸਮਝਾਉਣ ਵਾਸਤੇ ਪੰਥ ਨੇ ਹੁਕਮ ਕੀਤਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਜੇ ਦੀਦਾਰ ਕਰਨਾ ਤੇ ਪਾਠ ਕਰਕੇ, ਬਾਣੀ ਪੜ੍ਹ ਕੇ। ਔਰ ਅਗਲਾ ਪਹਿਰਾ ਜਿਹੜਾ ਅਰਦਾਸ ਦਾ ਹੈ, ਉਹ ਵੀ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਬਾਣੀ ਨੂੰ ਸਮਝਿਆ, ਬਾਣੀ ਉੱਤੇ ਪਹਿਰਾ ਦਿੱਤਾ, ਬਾਣੀ ਅਨੁਸਾਰ ਜੀਵਨ ਜੀਵਿਆ। ਔਰ ਕਿਸ ਪੱਧਰ ਦੇ ਉੱਤੇ? 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਬਾਹੀ ਦੇਖ ਕੇ ਅੰਡੜ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਇਹ ਆਮ ਲੋਕ ਨਹੀਂ ਹੈ, ਉਹ ਲੋਕ ਨੇ, ਉਹਨਾਂ ਦਾ ਜ਼ਿਕਰ ਕੀਤਾ ਜਾ ਰਿਹਾ ਜਿਨ੍ਹਾਂ ਨੇ ਬਾਣੀ ਨੂੰ ਸਮਝ ਕੇ ਆਪਣੀ ਜ਼ਿੰਦਗੀ ਬਾਣੀ ਨੂੰ ਸਮਰਪਿਤ ਕਰ ਦਿੱਤੀ। ਇਸ ਬਾਣੀ ਦੇ ਸਿਧਾਂਤ ਦੀ ਖਾਤਰ ਆਪਣਾ ਪੁਰਜਾ ਕਟਾ ਦਿੱਤਾ ਉਹਨਾਂ ਨੇ। ਇਸ ਤੋਂ ਅਗਲਾ ਪਹਿਰਾ ਵੀ ਇਸੇ ਕਾਰਨ ਹੈ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦੇ ਉੱਤੇ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਕਿਹਨਾਂ ਨੇ ਬੰਦ ਕਟਾਇਆ? ਜਿਨ੍ਹਾਂ ਨੇ ਬਾਣੀ ਨੂੰ ਸਮਝਿਆ, ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ। ਜਿਉ ਮੰਦਰ ਕੋ ਥੰਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨੈ ਅਸਥਮਨ। ਹੁਣ ਪੰਥ ਦੇ ਸਾਹਮਣੇ ਜਦੋਂ ਜੋਦੜੀ ਕਰੀਏ ਵੀ ਇਹਦੀ ਸਮਝ ਕਿੱਥੋਂ ਲੱਗਦੀ ਹੈ? ਜੇ ਅਸੀਂ ਆਪਣੇ ਆਪ ਨੂੰ ਕੇਂਦਰਿਤ ਕਰਨਾ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਨਾਲ, ਕਿੱਥੋਂ ਸਮਝ ਲੱਗੇਗੀ? ਤੇ ਪੰਥ ਨੇ ਦਰਜ ਕੀਤਾ 5 ਤਖਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। 5 ਤਖਤ ਕੀ ਨੇ? ਸਾਨੂੰ ਸੈਂਟਰਲਾਈਜ਼ ਕਰਨ ਵਾਲੇ, ਕੇਂਦਰਿਤ ਕਰਨ ਵਾਲੇ, ਸਾਨੂੰ ਉਹ ਜੀਵਨ ਜਾਚ ਦੇਣ ਵਾਲੇ ਕਿ ਅਸੀਂ ਆਪਣੇ ਕੇਂਦਰ ਬਿੰਦੂ ਨਾਲ ਜੁੜ ਕੇ ਰਹੀਏ। ਕਿਉਂਕਿ ਜਿਹੜੀ ਗੱਲ, ਜਿਹੜਾ ਸਿਧਾਂਤ, ਜਿਹੜੇ ਲੋਕ ਕੇਂਦਰ ਨਾਲ ਜੁੜ ਕੇ ਰਹਿੰਦੇ ਆ ਨਾ, ਉਹ ਸੁਰੱਖਿਅਤ ਰਹਿੰਦੇ। ਬੜੀ ਸਿੰਪਲ ਐਗਜ਼ਾਮਪਲ ਦਿੱਤੀ ਗੁਰੂ ਸਾਹਿਬ ਜੀ ਨੇ, ਦੋਏ ਪੁੜ ਜੋ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਾ ਰਹੇ ਸੋ ਉਬਰੇ ਨਾਨਕ ਅਜਬ ਡਿਠ। ਕਿ ਜਿਵੇਂ ਚੱਕੀ ਦੇ ਪੁੜ ਨੇ, ਮਾਤਾਵਾਂ ਆਟਾ ਪੀਂਦੀਆਂ ਨੇ, ਅਸੀਂ ਜਾ ਕੇ ਆਟਾ ਪਸਾਉਂਦੇ ਹਾਂ, ਲੇਕਿਨ ਜਿਹੜੇ ਦਾਣੇ ਕਿੱਲੀ ਨਾਲ ਲੱਗ ਜਾਂਦੇ ਨੇ ਉਹਨਾਂ ਨੂੰ ਝਰੀਟ ਤੱਕ ਨਹੀਂ ਆਉਂਦੀ, ਕੋਈ ਆਂਚ ਤੱਕ ਨਹੀਂ ਆਉਂਦੀ।
ਤੇ ਜਿਹੜੇ ਲੋਕ ਗੁਰੂ ਕੇ ਸ਼ਬਦ ਰੂਪੀ ਕਿੱਲੀ ਨਾਲ ਜੁੜ ਕੇ ਰਹਿਣਗੇ, ਕੇਂਦਰ ਨਾਲ ਜੁੜ ਕੇ ਰਹਿਣਗੇ ਨਾ, ਉਹ ਹਰ ਥਾਂ ਹਰ ਸਮੇਂ ਸੁਰੱਖਿਅਤ ਰਹਿਣਗੇ, ਆਪਣੇ ਆਪ ਨੂੰ ਉਹਦੇ ਅੱਗੇ ਅਰਦਾਸ ਕਰਨਗੇ, ਦੁੱਖ ਵੇਲੇ ਵੀ ਸੁੱਖ ਵੇਲੇ ਵੀ। ਡੰਡੌਤ ਵੰਦਨ ਅਨਕ ਵਾਰ ਸਰਬ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਹੁਣ ਆਪਾਂ ਇਸ ਬਾਣੀ ਨੂੰ ਸਮਝ ਕੇ ਕਰਨਾ ਕੀ ਹੈ? ਇਹਦੇ ਵਾਸਤੇ ਪੰਥ ਨੇ ਦਰਜ ਕੀਤਾ ਵੀ ਅਸੀਂ ਕਰਨਾ ਕੀ ਹੈ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤ ਆਵੇ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਏ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਕਿ ਆਪਣੀ ਜ਼ਿੰਦਗੀ ਵਿੱਚ ਕਿੰਨਾ ਵੀ ਔਖਾ ਸਮਾਂ ਆ ਜਾਏ, ਉਹਦੇ ਵਿੱਚ ਕੇਵਲ ਵਾਹਿਗੁਰੂ ਨੂੰ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਚੇਤੇ ਕਰਨਾ। ਮਨ ਵਚ ਕਰਮ ਪ੍ਰਭ ਏਕ ਧਿਆਏ। ਔਰ ਵਾਹਿਗੁਰੂ ਨੂੰ ਚੇਤੇ ਕਰਨ ਤੋਂ ਬਾਅਦ ਕੇਵਲ ਆਪਣੇ ਤੱਕ ਨਹੀਂ, ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ। ਬੋਲ ਬਾਲੇ ਦਾ ਭਾਵ ਖਾਲਸੇ ਦੀ ਚੜ੍ਹਦੀ ਕਲਾ ਹੋਵੇ, ਖਾਲਸੇ ਦੀ ਬੋਲੀ ਉੱਚੇ ਪੱਧਰ ਦੀ ਹੋਵੇ, ਬਚਨ ਉੱਚ ਪੱਧਰ ਦੇ ਹੋਣ। ਔਰ ਜਦੋਂ ਇਹੋ ਜਿਹਾ ਸਮਾਂ ਵੀ ਆ ਜਾਏ, ਬਿਪਤਾ ਭਰਿਆ, ਘਰ ਤੇ ਕੱਢੇ ਸੋ ਬਣ ਲੁਕੇ, ਬਣ ਤਜ ਨੀਰ ਲੁਕਾਹੇ, ਨੀਰ ਲੁਕੇ ਸੋ ਨਹਿ ਬਚੈ, ਕਹੋ ਸਿੰਘ ਕਤ ਜਾਹੇ। ਉਸ ਵੇਲੇ ਵੀ ਰੱਬ ਦੇ ਅੱਗੇ ਅਰਦਾਸ, ਉਹਦੀ ਟੇਕ। ਪੰਥ ਸਾਹਿਬ ਹੋਰ ਕੀ ਕਰਨਾ ਹੈ? ਪੰਥ ਨੇ ਹੁਕਮ ਕੀਤਾ ਅਰਦਾਸ ਦੇ ਵਿੱਚ ਸਿੱਖਾਂ ਨੂੰ ਸਿੱਖੀ ਦਾਨ। ਆਪਾਂ ਬਹੁਤ ਕੁਝ ਮੰਗਦੇ ਗੁਰੂ ਕੋਲ ਆ ਕੇ, ਲੇਕਿਨ ਸਤਿਗੁਰੂ ਦੇ ਸਿਧਾਂਤ ਨੂੰ ਸਮਝਾਉਣ ਵਾਸਤੇ ਕਿ ਆਪਾਂ ਸਭ ਤੋਂ ਪਹਿਲਾਂ ਸਿੱਖੀ ਦਾਨ ਮੰਗਣਾ ਹੈ। ਕਿਉਂਕਿ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਸਿੱਖਾਂ ਨੂੰ ਸਿੱਖੀ ਦਾਨ, ਸਿੱਖੀ ਦੀ ਪਹਿਚਾਣ ਕਿੱਥੋਂ ਹੋਣੀ? ਕੇਸ ਦਾਨ। ਕੇਸਾਂ ਦੀ ਸਮਝ ਕਿੱਥੋਂ ਲੱਗਣੀ? ਰਹਿਤ ਦਾਨ। ਰਹਿਤ ਦੀ ਸਮਝ ਕਿੱਥੋਂ ਲੱਗਣੀ? ਵਿਵੇਕ ਦਾਨ। ਵਿਵੇਕ ਕਿਵੇਂ ਪ੍ਰਾਪਤ ਹੋਏਗਾ? ਜਦੋਂ ਉਹਦਾ ਭਰੋਸਾ ਸਾਡੇ ਅੰਦਰ ਪੈਦਾ ਹੋਏਗਾ, ਵਿਸ਼ਵਾਸ ਪੈਦਾ ਹੋਏਗਾ, ਵਿਸਾਹ ਦਾਨ। ਫਿਰ ਇਸ ਤੋਂ ਬਾਅਦ ਦਾਨਾ ਸਿਰ ਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ। ਇਹਦੇ ਵਾਸਤੇ ਤਤਪਰ ਰਹਿਣਾ ਆਪਣੀ ਜ਼ਿੰਦਗੀ ਦੇ ਵਿੱਚ, ਕਿਉਂਕਿ ਸਾਨੂੰ ਇਹ ਕੀਰਤਨ ਦੀਆਂ ਚੌਂਕੀਆਂ ਤੋਂ ਗੁਰੂ ਦੇ ਸ਼ਬਦ ਦੀ ਸਮਝ ਲੱਗਣੀ, ਗੁਰੂ ਦੇ ਸ਼ਬਦ ਨਾਲ ਜੁੜਨ ਦਾ ਭਾਵ ਪ੍ਰਾਪਤ ਹੋਣਾ। ਸਾਡੇ ਨਿਸ਼ਾਨ ਸਾਹਿਬ ਦਾ ਪ੍ਰਤੀਕ ਮਨੁੱਖਤਾ ਦੇ ਭਲੇ ਦਾ ਪ੍ਰਤੀਕ ਹੈ, ਸ਼ਕਤੀ ਦਾ ਪ੍ਰਤੀਕ ਹੈ, ਮੀਰੀ ਤੇ ਪੀਰੀ ਦਾ ਪ੍ਰਤੀਕ ਹੈ। ਇਸ ਕਰਕੇ ਇਹਨਾਂ ਨੂੰ ਬਚਾਉਣ ਵਾਸਤੇ, ਇਹਨਾਂ ਦੀ ਸੇਵਾ ਵਾਸਤੇ, ਸੁਰੱਖਿਆ ਵਾਸਤੇ ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਤਾਂ ਕਿ ਪਾਪ ਦਾ ਜੈਕਾਰ ਨਾ ਹੋਵੇ। ਹਰ ਪਾਸੇ ਧਰਮ ਦਾ ਜੈਕਾਰ ਹੋਏਗਾ ਤੇ ਸਰਬੱਤ ਦੇ ਭਲੇ ਦੀ ਗੱਲ ਹੋਏਗੀ। ਇਸ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਸਤਿਗੁਰੂ ਕਹਿੰਦੇ ਆਹ ਕੁਛ ਕਰਨਾ। ਆਪਾਂ ਜ਼ਿੰਦਗੀ ਦੇ ਵਿੱਚ ਗੁਰਬਾਣੀ ਪੜ੍ਹਨ ਤੋਂ ਬਾਅਦ ਇਹ ਧਾਰਨ ਕਰਨੀਆਂ ਨੇ ਗੱਲਾਂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ। ਫਿਰ ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ। ਮੱਤ ਉੱਚੀ ਕਾਹਦੇ ਵਾਸਤੇ ਕਰਨੀ? ਪੁਰਾਣੇ ਜ਼ਮਾਨੇ 'ਚ ਜਦੋਂ ਸਾਡੀਆਂ ਭੈਣਾਂ ਬੱਚੀਆਂ ਪ੍ਰਸ਼ਾਦਾ ਤਿਆਰ ਕਰਦੀਆਂ ਸਨ, ਪ੍ਰਸ਼ਾਦਾ ਤਿਆਰ ਕਰਨ ਤੋਂ ਬਾਅਦ ਜਿਹੜਾ ਪ੍ਰਸ਼ਾਦਾ ਭੋਜਨ ਬਚ ਜਾਣਾ, ਉਹਨੂੰ ਸੁਰੱਖਿਅਤ ਰੱਖਣ ਵਾਸਤੇ ਉੱਚੀ ਥਾਂ ਦੇ ਉੱਤੇ ਆਲਾ ਹੁੰਦਾ ਸੀ, ਜਾਂ ਫਿਰ ਇੱਕ ਛਿੱਕਾ ਹੁੰਦਾ ਸੀ ਜਿਹਦੇ ਵਿੱਚ ਭੋਜਨ, ਦਾਲ, ਸਬਜ਼ੀ ਟਿਕਾ ਕੇ ਰੱਖਣੀ। ਆ ਸਾਡੇ ਕੋਲ ਫਰੀਜ਼ ਕਰਨ ਦਾ ਤਰੀਕਾ ਹੈ। ਅਸੀਂ ਫਰਿੱਜ ਵਿੱਚ ਉਹਨੂੰ ਟਿਕਾ ਦਿੰਦੇ ਹਾਂ। ਉੱਚੀ ਥਾਂ 'ਤੇ ਕਿਉਂ ਰੱਖਿਆ ਜਾਂਦਾ ਸੀ? ਤਾਂ ਕਿ ਕੋਈ ਬਿੱਲੀ, ਕੋਈ ਕੁੱਤਾ, ਕੋਈ ਜਾਨਵਰ ਉਹਨੂੰ ਖਰਾਬ ਨਾ ਕਰੇ। ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ। ਮਨ ਰੂਪੀ ਕੁੱਤੇ ਦੀ, ਮਨ ਰੂਪੀ ਬਿੱਲੀ ਦੀ ਬਹੁਤ ਤਾਂਘ ਰਹਿੰਦੀ ਇਹਨੂੰ ਸੁੱਟਣ ਦੀ। ਛੀਕੇ ਪਰ ਤੇਰੀ ਬਹੁਤ ਡੀਠ। ਹੁਣ ਇਸ ਗੁਰੂ ਸ਼ਬਦ ਨੂੰ ਜਿਸ ਥਾਂ 'ਤੇ ਸੰਭਾਲਣਾ ਨਾ, ਉਹ ਨੀਵੀਂ ਮੱਤ ਨਹੀਂ ਚਾਹੀਦੀ। ਸਤਿਗੁਰੂ ਕਹਿੰਦੇ ਉਹਦੇ ਸਿਧਾਂਤ ਨੂੰ ਸਮਝਾਉਣ ਵਾਸਤੇ, ਗੁਰੂ ਸਾਹਿਬ ਦੇ ਸਿਧਾਂਤ ਨੂੰ ਪੰਥ ਨੇ ਹੁਕਮ ਕੀਤਾ ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਤਾਂ ਕਿ ਗੁਰੂ ਸ਼ਬਦ ਉਸ ਉੱਚੀ ਮੱਤ ਦੇ ਵਿੱਚ ਟਿਕ ਸਕੇ। ਇਸ ਖਜ਼ਾਨੇ ਦਾ ਅਸੀਂ ਆਨੰਦ ਮਾਣ ਸਕੀਏ, ਇਹਨੂੰ ਆਪ ਵੀ ਸਮਝ ਸਕੀਏ। ਔਰ ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ।
ਸਾਡੇ ਜੀਵਨ ਦੇ ਵਿੱਚ ਇਹ ਦਾਤ ਪ੍ਰਾਪਤ ਹੋਵੇ। ਕਿਉਂਕਿ ਅੱਜ ਵੀ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਸਾਨੂੰ ਹੁਲਾਰਾ ਦਿੰਦੇ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖੀ, ਜੋ ਆਪ ਜਪੈ ਅਬਰਾ ਨਾਮ ਜਪਾਵੇ। ਭਾਈ ਗੁਰਦਾਸ ਸਾਹਿਬ ਜੀ ਸਾਨੂੰ ਉਤਸ਼ਾਹ ਕਰਦੇ ਨੇ ਕਿ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁਨ ਸ਼ਬਦ ਇੱਕ ਸਿੱਖ ਕੋ ਸ਼ਬਦ ਸਿਖਾਏਗਾ। ਕਿ ਜਿੰਨਾ ਅਸੀਂ ਸੈਂਕੜੇ ਮੰਦਰ ਬਣਾ ਕੇ ਸੋਨੇ ਦੇ ਦਾਨ ਕਰ ਦਈਏ ਨਾ, ਲੇਕਿਨ ਇੱਕ ਸ਼ਬਦ ਕਿਸੇ ਨੂੰ ਸਿਖਾ ਦੇਣਾ, ਗੁਰੂ ਦੇ ਸ਼ਬਦ ਨਾਲ ਜੋੜ ਦੇਣਾ, ਐਡਾ ਵੱਡਾ ਪੁੰਨ ਹੈ। ਤੇ ਸਤਿਗੁਰੂ ਕਿਰਪਾ ਕਰੇ ਸਾਨੂੰ ਇਹ ਜੀਵਨ ਜਾਚ ਪ੍ਰਾਪਤ ਹੋਵੇ ਤੇ ਗੁਰਮੂਰਤ ਗੁਰ ਸ਼ਬਦ ਦੇ ਦਰਸ਼ਨ ਕਰਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਅਸੂਲਾਂ ਦੇ ਧਾਰਨੀ ਬਣ ਸਕੀਏ। ਬਹੁਤ ਲੰਮੇ ਸਮੇਂ ਤੋਂ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਆਪ ਦੀ ਸੇਵਾ ਵਿੱਚ ਹਾਜ਼ਰ ਹੈ। ਕੌਮ ਨੂੰ ਬਹੁਤ ਚੰਗੇ ਪ੍ਰਚਾਰਕ ਦੇਣ ਦਾ ਉਪਰਾਲਾ ਕੀਤਾ ਹੈ ਔਰ ਇਹ ਸਾਰਾ ਕੁਝ ਆਪ ਦੇ ਸਹਿਯੋਗ ਨਾਲ। ਔਰ ਮੈਂ ਖਾਸ ਕਰਕੇ ਬੇਨਤੀ ਕਰਾਂਗਾ ਕਿ ਜਿਹੜਾ ਰੋਪੜ ਸਰਕਲ ਹੈ, ਜਿਵੇਂ ਇੱਕ ਥੰਮ ਹੁੰਦਾ ਨਾ, ਪਿੱਲਰ ਹੁੰਦਾ, ਤੁਸੀਂ ਸਾਡੇ ਪਿੱਲਰ ਹੋ। ਤੁਸੀਂ ਸ਼ੁਰੂ ਤੋਂ ਲੈ ਕੇ, ਬਲਕਿ ਮੈਨੂੰ ਇਹ ਪਤਾ ਕਿ ਕਾਲਜ ਜਦੋਂ ਰੈਗੂਲਰ ਸ਼ੁਰੂ ਹੋਇਆ ਉਹ ਤੋਂ ਵੀ ਪਹਿਲਾਂ ਤੋਂ ਲੈ ਕੇ ਸਰਕਲ ਰੋਪੜ ਦੇ ਵਿੱਚ ਜਦੋਂ ਕਲਾਸਾਂ ਚੱਲਦੀਆਂ ਸਨ, ਸੇਵਾਵਾਂ ਚੱਲਦੀਆਂ ਸਨ, ਉਦੋਂ ਤੋਂ ਲੈ ਕੇ ਅੱਜ ਤੱਕ ਆਪ ਜੀ ਨੇ ਸਾਥ ਦਿੱਤਾ ਹੈ ਤੇ ਆਪ ਜੀ ਦੇ ਸਹਿਯੋਗ ਦੀ ਆਸ ਕਰਦੇ ਹਾਂ। ਜਿੱਥੇ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਕਾਰਜਸ਼ੀਲ ਹੈ, ਉੱਥੇ ਨਾਲ ਹੀ ਗੁਰੂ ਨੇ ਕਿਰਪਾ ਕੀਤੀ ਕਿ ਭਗਤ ਪੂਰਨ ਸਿੰਘ ਗੁਰਮਤਿ ਕਾਲਜ ਰੋਣੋ ਪਿੰਡ ਵਿਖੇ ਆਰੰਭ ਕੀਤਾ ਗਿਆ ਪਿਛਲੇ ਦਿਨਾਂ ਦੇ ਵਿੱਚ, ਜਿੱਥੇ ਬੱਚਿਆਂ ਨੂੰ ਕਿੱਤਾ ਮੁਖੀ ਕੋਰਸ, ਕੰਪਿਊਟਰ ਕੋਰਸ ਔਰ ਤਾਂਤੀ ਸਾਜ਼ਾਂ ਦੁਆਰਾ ਸੰਗੀਤ ਸਿਖਾਉਣ ਦਾ, ਕੀਰਤਨ ਸਿਖਾਉਣ ਦਾ ਉਪਰਾਲਾ ਤੇ ਹੋਰ ਉਪਰਾਲੇ ਕੀਤੇ ਜਾ ਰਹੇ ਹੈ। ਇਹ ਸਾਰੇ ਜਿੰਨੇ ਵੀ ਕਾਰਜ ਚੱਲਦੇ ਨੇ ਆਪ ਸੰਗਤ ਦੇ ਸਹਿਯੋਗ ਦੇ ਨਾਲ। ਤੇ ਮੈਂ ਸਮੁੱਚੇ ਤੌਰ ਤੇ ਬੇਨਤੀ ਕਰਦਾ ਹੁੰਦਾ, ਕੇਵਲ ਆਪਣੇ ਵਾਸਤੇ ਨਹੀਂ, ਕਿ ਆਪਣੇ ਦਸਵੰਧ ਦਾ ਦਸਵੰਧ ਧਰਮ ਪ੍ਰਚਾਰ ਵਾਸਤੇ ਨਿਯਤ ਕਰੋ, ਦਸਵੰਧ ਦਾ ਦਸਵੰਧ ਲਿਟਰੇਚਰ ਵਾਸਤੇ ਨਿਯਤ ਕਰੋ, ਛਬੀਲਾਂ ਵੀ ਲਾਓ, ਇਹ ਸਾਡਾ ਵਿਰਸਾ ਹੈ, ਲੰਗਰ ਵੀ ਲਾਓ, ਸਾਡਾ ਵਿਰਸਾ ਹੈ। ਲੇਕਿਨ ਜਿੱਥੇ ਛਬੀਲ ਲਾਉਂਦੇ ਹੋ ਨਾ, ਜੇ ਲੱਖ ਰੁਪਈਆ ਛਬੀਲ ਤੇ ਖਰਚ ਕਰਨਾ ਹੈ, ਉਹਦਾ ਦਸਵੰਧ ਕੱਢ ਕੇ 10,000 ਦਾ ਲਿਟਰੇਚਰ ਉੱਥੇ ਜ਼ਰੂਰ ਰੱਖੋ, ਤਾਂ ਕਿ ਸਿੱਖਾਂ ਨੂੰ, ਸਾਡੇ ਬੱਚਿਆਂ ਨੂੰ ਪਤਾ ਹੋਵੇ ਕਿ ਅੱਜ ਜਿਹੜੀ ਛਬੀਲ ਲੱਗੀ ਕਿਸ ਕਾਰਨ ਕਰਕੇ ਲੱਗੀ ਹੈ। ਅੱਜ ਹੋਲਾ ਮਹੱਲਾ ਵੇਖ ਕੇ ਆਏ ਹਾਂ, ਇਹਦਾ ਕੀ ਕਾਰਨ ਸੀ ਆਰੰਭ ਕਰਨ ਦਾ, ਸਾਡੇ ਜੋੜ ਮੇਲਿਆਂ ਦੀ ਕੀ ਮਹੱਤਤਾ, ਸਾਡੇ ਗੁਰੂ ਸਾਹਿਬਾਨ ਦੀ ਕੀ ਮਹੱਤਤਾ, ਸਾਡੇ ਇਹ ਗੁਰਮਤਿ ਸਮਾਗਮਾਂ ਦੀ ਕੀ ਮਹੱਤਤਾ, ਉਹ ਸਾਨੂੰ ਲਿਟਰੇਚਰ ਤੋਂ ਪਤਾ ਲੱਗਣੀ ਹੈ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਖਿਮਾ ਦਾ ਜਾਚਕ ਹਾਂ। ਮੇਰੀਆਂ ਭੁੱਲਾਂ ਮੇਰੀਆਂ ਸਮਝ ਕੇ ਖਿਮਾ ਕਰ ਦੇਣੀਆਂ ਤੇ ਗੁਰੂ ਕੇ ਬਚਨ ਗੁਰੂ ਕੇ ਸਮਝ ਕੇ ਆਪਣੇ ਹਿਰਦੇ 'ਚ ਵਸਾ ਲੈਣੇ। ਤੇ ਦਾਸ ਇੱਥੇ ਖਿਮਾ ਦਾ ਜਾਚਕ ਹੈ। ਆਸ਼ੀਰਵਾਦ ਬਖਸ਼ਦੇ ਹੋਏ ਫਤਿਹ ਪ੍ਰਵਾਨ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।